ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁਚ। ਓਏ ਜੇ ਆਵੈ ਆਸ ਕਰ ਜਾਹੇ ਨਿਰਾਸ਼ੇ ਕਿਤ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੈ ਪਤ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨ ਕੋਇ। ਧਰ ਤਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਅਪਰਾਧੀ ਤੂੰ ਨਾ ਨਿਵੈ ਜਿਉ ਹੰਤਾ ਮਿਰਗਾਹੇ। ਸੀਸ ਨਵਾਇਐ ਕਿਆ ਥੀਐ ਜਾਂ ਹਿਰਦੈ ਕਸੁਦੇ ਜਾਹੇ। ਅਪਰਾਧੀ ਤੂੰ ਨਾ ਨਿਵੈ ਜਿਉ ਹੰਤਾ ਮਿਰਗਾਹੇ। ਸੀਸ ਨਵਾਇਐ ਕਿਆ ਥੀਐ ਜਾਂ ਹਿਰਦੇ ਕਸੁਦੇ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਭਾਗਿਓ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰੇ ਇਹਨਾਂ ਬਚਨਾਂ ਦਾ ਨਿਵਾਸ ਸਾਡੇ ਕੰਨ ਤੋਂ ਮਨ ਤੱਕ ਪਹੁੰਚ ਜਾਏ, ਅਸੀਂ ਆਪਣੇ ਜੀਵਨ ਨੂੰ ਸੁਧਾਰ ਕਰ ਸਕੀਏ। ਅੱਜ ਦੀ ਵਿਚਾਰ ਦੀ ਸ਼ੁਰੂਆਤ ਤੋਂ ਪਹਿਲਾਂ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਤਾਂ ਕਿ ਗੱਲ ਪਕੜ ਵਿੱਚ ਆ ਜਾਏ। ਗੁਰਦੇਵ ਸੱਚੇ ਪਾਤਸ਼ਾਹ ਨੇ ਬਹੁਤ ਥਾਵਾਂ 'ਤੇ ਮਨੁੱਖ ਨੂੰ ਸਮਝਾਉਣ ਵਾਸਤੇ ਉਦਾਹਰਨਾਂ ਕੁਦਰਤ ਦੀਆਂ ਦਿੱਤੀਆਂ ਨੇ। ਉਹਦਾ ਕੁਝ ਖਾਸ ਕਾਰਨ ਹੈ। ਨੰਬਰ 1, ਕੁਦਰਤ ਰੱਬੀ ਰਜ਼ਾ ਵਿੱਚ ਤੁਰਦੀ ਹੈ। ਇਹ ਰੱਬੀ ਰਜ਼ਾ ਦਾ ਵਿਰੋਧ ਨਹੀਂ ਕਰਦੀ। ਦੂਜੀ ਗੱਲ, ਕੁਦਰਤ ਕਦੇ ਪਖੰਡ ਨਹੀਂ ਕਰਦੀ, ਮਨੁੱਖ ਪਖੰਡ ਕਰਦਾ ਹੈ। ਤੀਜੀ ਗੱਲ, ਕੁਦਰਤ ਮਨੁੱਖ ਦੀਆਂ ਅੱਖਾਂ ਸਾਹਮਣੇ ਵਰਤਦਾ ਵਰਤਾਰਾ ਹੈ, ਇਹਨੂੰ ਸੌਖਾ ਸਮਝ ਲੱਗ ਜਾਂਦਾ। ਅੱਜ ਹਜ਼ੂਰ ਨੇ 2 ਉਦਾਹਰਨਾਂ ਦਿੱਤੀਆਂ ਨੇ ਬੜੀਆਂ ਕਮਾਲ ਦੀਆਂ। 2 ਗੁਣਾਂ ਦੀ ਗੱਲ ਕੀਤੀ ਅਸਲ ਵਿੱਚ। ਇੱਕ ਨਿਮਰਤਾ ਨਿਰਮਾਣਤਾ ਦੇ ਗੁਣ ਦੀ ਗੱਲ, ਦੂਜਾ ਕਿਸੇ ਅੱਗੇ ਝੁਕਣਾ। 2 ਗੱਲਾਂ ਦਾ ਜ਼ਿਕਰ ਹੈ ਅੱਜ ਦੇ ਮੁਬਾਰਕ ਸ਼ਬਦ ਵਿੱਚ, ਆਸਾ ਕੀ ਵਾਰ ਦੇ ਇਸ ਸ਼ਲੋਕ ਵਿੱਚ। ਪਹਿਲਾ ਪੱਖ ਹੈ ਵੀ ਨਿਮਰਤਾ। ਮਨੁੱਖ ਬੜੇ ਵੱਡੇ ਅਡੰਬਰ ਰਚਦਾ ਹੈ। ਅਸਲ ਵਿੱਚ ਇਹਦੇ ਅੰਦਰ ਜਿਹੜੀ ਭੁੱਖ ਹੈ ਹਉਮੈ ਦੀ, ਜ਼ਿੰਦਗੀ 'ਚ ਤੁਸੀਂ ਕਿਸੇ ਨਾਲ ਵਿਰੋਧ ਖੜਾ ਕਰਨਾ ਹੈ, ਬਸ ਉਹਦੀ ਹਉਮੈ ਨੂੰ ਪੜੋਸਣਾ ਛੱਡ ਦਿਓ, ਉਹ ਬੰਦਾ ਤੁਹਾਡਾ ਵੈਰੀ ਹੈ। ਕਿਸੇ ਦੀ ਹਉਮੈ ਨੂੰ ਸਤਿਕਾਰਨਾ ਸ਼ੁਰੂ ਕਰ ਦਈਏ, ਉਹ ਬੰਦਾ ਤੁਹਾਡਾ ਸੱਜਣ ਹੈ। ਹਕੀਕਤ ਇਹ ਹੈ, ਸੱਚ ਇਹ ਹੈ, ਅਸੀਂ ਆਪਣੀ ਹਉਮੈ ਨੂੰ ਹੀ ਸੰਭਾਲਦੇ ਹਾਂ, ਦਿਨ ਰਾਤ ਸੰਭਾਲਦੇ ਹਾਂ। ਤਾਂ ਗੁਰਦੇਵ ਸੱਚੇ ਪਾਤਸ਼ਾਹ ਨੇ ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਕਹਿਣ ਲੱਗੇ, ਬੰਦਿਆ ਏਡਾ ਵੱਡਾ ਅਡੰਬਰ ਰਚਿਆ, ਦੁਨੀਆ ਦੀਆਂ ਨਜ਼ਰਾਂ 'ਚ ਕਿੱਡਾ ਵੱਡਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰਨਾ। ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਜੇ ਤੇਰੀ ਜ਼ਿੰਦਗੀ ਦਾ ਕੋਈ ਗੁਣ ਦੂਜਿਆਂ ਦੇ ਕੰਮ ਨਹੀਂ ਆ ਸਕਿਆ, ਮੈਨੂੰ ਦੱਸ ਵੀ ਤੂੰ ਆਪਣੇ ਜੀਵਨ ਵਿੱਚੋਂ ਕੀ ਖੱਟਿਆ। ਦੇਖੋ, ਕੁਦਰਤ ਸਾਰੀ ਹੈ ਨਾ, ਜਿੰਨੀ ਵੀ ਹੈ ਉਹ ਦੂਜੇ ਲਈ ਜਿਉਂਦੀ ਹੈ। ਦਰਖਤ ਹੈ, ਉਹ ਆਪ ਆਪਣਾ ਫਲ ਥੋੜ੍ਹਾ ਖਾਂਦਾ ਹੈ। ਦਰਖਤ ਹੈ, ਉਹ ਆਕਸੀਜਨ ਆਪ ਦੂਜਿਆਂ ਨੂੰ ਦਿੰਦਾ ਹੈ। ਦਰਖਤ ਹੈ, ਉਹ ਛਾਂ ਦੂਜਿਆਂ ਨੂੰ ਦਿੰਦਾ ਹੈ। ਕਿੰਨੇ ਪੱਖ ਨੇ ਜ਼ਿੰਦਗੀ ਦੇ। ਕੁਦਰਤ ਦੂਜਿਆਂ ਲਈ ਜਿਉਣਾ ਸਿਖਾਉਂਦੀ ਹੈ। ਸਾਡੇ ਆਪਣੇ ਜੀਵਨ ਵਿੱਚੋਂ ਦੇਖ ਲਓ, ਅੱਖਾਂ ਆਪਣੇ ਲਈ ਨਹੀਂ ਦੇਖਦੀਆਂ, ਅੱਖਾਂ ਪੈਰਾਂ ਲਈ ਦੇਖਦੀਆਂ ਨੇ, ਤੈਨੂੰ ਠੋਕਰ ਨਾ ਵੱਜੇ। ਪੈਰ ਆਪਣੇ ਲਈ ਨਹੀਂ ਤੁਰਦੇ, ਪੈਰ ਇਸ ਲਈ ਤੁਰਦੇ ਨੇ ਤੈਨੂੰ ਮੰਜ਼ਿਲ ਮਿਲ ਜਾਏ। ਮੂੰਹ ਆਪਣੇ ਲਈ ਨਹੀਂ ਖਾਂਦਾ, ਮੂੰਹ ਸਰੀਰ ਦੀ ਪਰਵਰਿਸ਼ ਲਈ ਖਾਂਦਾ ਹੈ। ਹੱਥ ਆਪਣੇ ਲਈ ਨਹੀਂ ਕਮਾਉਂਦੇ, ਹੱਥਾਂ ਨੂੰ ਕੀ ਹੈ,
ਹੱਥਾਂ ਦੀ ਕੀ ਲੋੜ ਹੈ? ਹੱਥ ਇਸ ਲਈ ਕਮਾਉਂਦੇ ਨੇ ਤੂੰ ਜੀਵਨ ਜਿਉ ਸਕੇ। ਕੁਦਰਤ ਦੂਜੇ ਲਈ ਜਿਉਣ ਦੀ ਜਾਚ ਸਿਖਾਉਂਦੀ ਹੈ। ਸੱਚ ਕਰਕੇ ਜਾਣਿਓ, ਮਨੁੱਖ ਨੇ ਹਜੇ ਤੱਕ ਉਸ ਢੰਗ ਨਾਲ ਜਿਉਣਾ ਨਹੀਂ ਸਿੱਖਿਆ ਜਿਸ ਢੰਗ ਨਾਲ ਸਤਿਗੁਰੂ ਸਾਨੂੰ ਜਿਉਣ ਦੀ ਜਾਚ ਸਿਖਾਉਂਦੇ ਨੇ। ਹਜ਼ੂਰ ਦਾ ਪਾਵਨ ਬਚਨ ਹੈ ਅੱਜ ਦਾ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਹਜ਼ੂਰ ਆਖਦੇ ਨੇ ਸਿਮਲ ਦਾ ਰੁੱਖ, ਸਰਾਇਰਾ ਦਾ ਮਤਲਬ ਹੁੰਦਾ ਬਹੁਤ ਲੰਮਾ, ਅਤ ਦੀਰਘ ਤੇ ਆਪਣੇ ਜੀਵਨ ਵਿੱਚ ਸਰਾਇਰਾ ਸਿੱਧਾ, ਦੀਰਘ ਲੰਮਾ, ਮੁੱਚ ਚੌੜਾ ਮੋਟਾ। ਕਹਿੰਦੇ ਕਿੱਡਾ ਵੱਡਾ ਮੋਟਾ ਦਰਖਤ ਹੈ, ਕਿੱਡਾ ਲੰਮਾ ਦਰਖਤ ਹੈ, ਕਿੱਡਾ ਉੱਚਾ ਦਰਖਤ ਹੈ ਸਿਮਲ ਰੁੱਖ ਦਾ। ਕਹਿੰਦੇ ਉਹਦੇ ਵੱਲ ਵੇਖ ਕੇ ਪੰਛੀ ਆਸ ਕਰਦੇ ਨੇ ਵੀ ਉਹ ਏਡਾ ਵੱਡਾ, ਉਹਦੇ ਕੋਲ ਸਾਡੀ ਲੋੜ ਪੂਰੀ ਹੋ ਜਾਣੀ ਹੈ। ਆਸ ਰੱਖ ਕੇ ਆ ਗਏ, ਲੰਮੀ ਉਡਾਰੀ ਮਾਰ ਕੇ ਆ ਗਏ। ਵੱਡਾ ਦਰਖਤ ਹੋਏਗਾ, ਥੋੜ੍ਹਾ ਝੂਲੇਗਾ ਘੱਟ, ਵੱਡਾ ਆਲਣਾ ਪਾਇਆ ਹੋਇਆ ਡਿੱਗੇਗਾ ਨਹੀਂ। ਵੱਡਾ ਦਰਖਤ ਹੈ, ਉਹਦੇ ਕੋਲ ਫਲ ਵੀ ਬਹੁਤ ਹੋਣਗੇ। ਵੱਡਾ ਦਰਖਤ ਹੈ, ਉਹਦੇ ਕੋਲ ਫੁੱਲ ਵੀ ਬਹੁਤ ਹੋਣਗੇ, ਸਾਡੀ ਹਰ ਲੋੜ ਪੂਰੀ ਹੋ ਜਾਣੀ। ਹੋਇਆ ਕੀ? ਕਹਿੰਦੇ ਜਦੋਂ ਉਹਦੇ ਕੋਲ ਆਏ, ਸਭ ਤੋਂ ਪਹਿਲਾਂ ਫਲ ਚੱਖਿਆ ਤੇ ਫਲ ਜਿਹੜਾ ਸੀ ਉਹ ਬੇਕਾਰ ਗਿਆ। ਫਿਰ ਸੋਚਿਆ ਫਲ ਨਹੀਂ ਤੇ ਫੁੱਲਾਂ ਨਾਲ ਗੁਜ਼ਾਰਾ ਕਰ ਲੈਨੇ, ਫੁੱਲ ਵੀ ਕੰਮ ਨਾ ਆਏ। ਸੋਚਿਆ ਏਡਾ ਵੱਡਾ ਦਰਖਤ ਹੈ, ਇਹਦੀ ਬਦਨਾਮੀ ਹੋਏਗੀ, ਪੱਤਿਆਂ ਨਾਲ ਸਾਰ ਲੈਨੇ ਵੀ ਏਡੀ ਦੂਰੋਂ ਆਏ ਚੱਲ ਕੇ। ਕਹਿੰਦੇ ਉਹਦੇ ਤਿੰਨੇ ਚੀਜ਼ਾਂ ਕੰਮ ਨਹੀਂ ਆਈਆਂ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ, ਚਾਹੇ ਨਿਰਾਸ਼ੇ ਕਿਟ, ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ ਪਤ। ਕਹਿੰਦੇ ਦੱਸ ਕੋਈ ਚੀਜ਼ ਤੇਰੀ ਕੰਮ ਨਹੀਂ ਆਈ। ਇੱਕ ਮੈਂ ਬੇਨਤੀ ਕਰਾਂ, ਇਹ ਜ਼ਰੂਰ ਸੋਚਿਆ ਕਰੀਏ। ਹਜ਼ੂਰ ਦਾ ਇੱਕ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਹੈ, ਮੇਰਾ ਈਅਰ ਹੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਅਗਲੀ ਪੰਕਤੀ ਬੜੀ ਪਿਆਰੀ ਹੈ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ। ਰਿਨ ਦਾ ਮਤਲਬ ਹੁੰਦਾ ਕਰਜ਼। ਮੈਂ ਫਲਾਣੇ ਬੰਦੇ ਦਾ ਬੜਾ ਰੀਣੀ ਹੈ, ਮੈਂ ਉਹਦਾ ਕਰਜ਼ਦਾਰ ਹੈ। ਰਿਨ ਲਾਥਾ, ਮੇਰੇ ਜੀਵਨ ਵਿੱਚੋਂ ਮੇਰਾ ਕਰਜ਼ ਲੱਥ ਗਿਆ। ਇਹ ਕਰਜ਼ ਉਹ ਨਹੀਂ ਜਿਹੜਾ ਸਾਨੂੰ ਦਿਸਦਾ ਹੈ। ਇਹ ਕਰਜ਼ ਚਾਰ ਤਰ੍ਹਾਂ ਦਾ ਹੈ। ਸਭ ਤੋਂ ਪਹਿਲਾ ਕਰਜ਼ ਹੈ, ਮੇਰੇ ਤੇ ਰੱਬ ਦੀ ਬੜੀ ਕਿਰਪਾ ਹੋਈ, ਮੈਨੂੰ ਏਡਾ ਵਧੀਆ ਦੁਨੀਆ ਦਾ ਇਹ ਮੇਲਾ ਵੇਖਣ ਦਾ ਮੌਕਾ ਮਿਲਿਆ। ਦੂਜਾ ਕਰਜ਼ ਹੈ ਸਾਡੇ ਸਿਰ ਗੁਰੂ ਦਾ, ਜਿਹਨੇ ਚੰਗੀ ਜੀਵਨ ਜਾਚ ਬਖਸ਼ੀ। ਲੋਕ ਨਸ਼ਿਆਂ 'ਚ ਚੜ ਗਏ, ਲੋਕ ਬਰਬਾਦ ਹੋ ਗਏ, ਜਿਹਨੇ ਚੰਗੀ ਜੀਵਨ ਜਾਚ ਬਖਸ਼ੀ, ਦੂਜਾ ਕਰਜ਼ ਹੈ। ਤੀਜਾ ਕਰਜ਼ ਹੈ ਸਾਡੇ ਸਿਰ ਦੇ ਉੱਤੇ ਮਾਤ ਪਿਤਾ ਦਾ, ਜਿਨ੍ਹਾਂ ਪਾਲਿਆ, ਸਾਨੂੰ ਪੜ੍ਹਾਇਆ, ਆਪਣੇ ਸੁਪਨੇ ਦਫਨਾ ਕੇ ਸਾਡੇ ਸੁਪਨਿਆਂ ਨੂੰ ਸਾਕਾਰ ਕੀਤਾ। ਚੌਥਾ ਕਰਜ਼ ਹੈ ਸਾਡੇ ਸਿਰ ਤੇ ਕੁਦਰਤ ਦਾ। ਕੁਦਰਤ ਕੋਲੋਂ ਅਸੀਂ ਬਹੁਤ ਕੁਝ ਲੈਨੇ ਜੀਵਨ ਭਰ, ਮੈਨੂੰ ਮਾਫ ਕਰਿਓ, ਮੈਂ ਵੀ ਨਹੀਂ ਕਰ ਸਕਿਆ, ਤੁਸੀਂ ਵੀ ਸ਼ਾਇਦ ਨਹੀਂ ਕਰ ਸਕੋਗੇ। ਕਿਸੇ ਦਰਖਤ ਕੋਲ ਖਲੋ ਕੇ ਆਪਾਂ ਉਹਨੂੰ ਕਦੇ ਕਿਹਾ ਵੀ ਥੈਂਕ ਯੂ ਤੇਰਾ, ਵੀ ਤੇਰੇ ਕੋਲ ਬੜੇ ਫਲ ਖਾਧੇ, ਤੇਰੀ ਬੜੀ ਛਾਂ ਮਾਣੀ, ਤੇਰਾ ਬੜਾ ਆਨੰਦ ਮਾਣਿਆ ਸੀ। ਕਦੇ ਦੋ ਸ਼ਬਦ ਧੰਨਵਾਦ ਦੇ ਵੀ ਕੁਦਰਤ ਨੂੰ ਨਹੀਂ ਕਹਿ ਸਕੇ। ਅਸੀਂ ਕਰਜ਼ਦਾਰ ਹੈ ਉਹਦੇ। ਹਜ਼ੂਰ ਕਿਰਪਾ ਕਰਦੇ ਨੇ, ਕਹਿੰਦੇ ਭਲਿਆ ਵੇਖ ਮੈਂ ਤੈਨੂੰ ਸਮਝਾਵਾਂ, ਇਹ ਕਿਤਨੇ ਵੱਡੇ ਅਡੰਬਰ ਰਚ ਲਏ ਅਸੀਂ, ਕਿੰਨਾ ਵੱਡਾ ਜੀਵਨ ਦਾ ਦਿਖਾਵਾ ਕਰ ਲਿਆ। ਮੈਂ ਏਡਾ ਵੱਡਾ ਹੈ, ਮੈਂ ਏਡਾ ਅਡੰਬਰ ਰਚਿਆ ਹੋਇਆ ਹੈ, ਪਰ ਤੇਰੀ ਜ਼ਿੰਦਗੀ ਕਿਸੇ ਦੂਜੇ ਦੇ ਕੰਮ ਤਾਂ ਆਈ ਨਹੀਂ। ਕੀ ਲਾਭ ਹੋਇਆ? ਇਦੋਂ ਤਾਂ ਚੰਗਾ ਸੀ ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ ਪਤ। ਇਦੋਂ ਤਾਂ ਚੰਗਾ ਸੀ ਮਿੱਠ ਤੇ ਨੀਵੀਂ ਨਾਨਕਾ। ਮਹਾਰਾਜਾ ਰਣਜੀਤ ਸਿੰਘ ਜਾ ਰਹੇ ਨੇ, ਇੱਕ ਚੇਚਕ ਦੇ ਕਾਰਨ ਉਹਨਾਂ ਦੀ ਅੱਖ ਖਰਾਬ ਹੋ ਗਈ ਸੀ, ਇੱਕੋ ਹੀ ਅੱਖ ਸੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੀ ਅੱਖ ਠੀਕ ਸੀ, ਉਹਦੇ ਕੋਲ ਇੱਕ ਪੱਥਰ ਵੱਜਿਆ ਆ ਕੇ।
ਤੇ ਬੜੇ ਸੁਚੇਤ ਹੋਏ ਨਾਲ ਦੇ ਸਾਥੀ। ਜਿੱਧਰੋਂ ਪੱਥਰ ਆਇਆ ਸੀ ਉੱਧਰ ਦੇਖਿਆ ਬੱਚੇ ਨੇ ਕੁਝ ਪਕੜ ਕੇ ਬੱਚਿਆਂ ਨੂੰ ਦੂਜੇ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਪੇਸ਼ ਕੀਤਾ। ਇਹ ਉਹ ਗੁਸਤਾਖ ਬੱਚਾ ਹੈ ਜਿਹਨੇ ਵੱਟਾ ਮਾਰਿਆ, ਕੁਝ ਨਿੱਕੀ ਜਿਹੀ ਦੂਰੀ ਰਹਿ ਗਈ ਤੇ ਨਹੀਂ ਤੇ ਇੱਥੇ ਵੱਟਾ ਵੱਜ ਕੇ ਤੇ ਅੱਖ ਚਲੇ ਜਾਣੀ ਸੀ। ਜਦੋਂ ਇਹ ਗੱਲ ਹੋਈ ਤੇ ਉਹ ਮਹਾਰਾਜਾ ਰਣਜੀਤ ਸਿੰਘ ਬੜੇ ਠੰਮੇ ਨਾਲ ਪੁੱਛਦਾ ਵੀ ਬੱਚੇ, ਮੈਨੂੰ ਲੱਗਦਾ ਵੀ ਤੁਹਾਡੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ, ਮੈਂ ਤੁਹਾਡਾ ਕੀ ਬੁਰਾ ਕੀਤਾ ਹੈ, ਤੁਸੀਂ ਵੱਟਾ ਕਿਉਂ ਮਾਰਿਆ? ਤੁਹਾਡੇ ਮਾਤਾ ਪਿਤਾ ਨੇ ਕਿਸੇ ਨੇ ਸਿਖਾਇਆ? ਉਹ ਕਹਿੰਦੇ ਨਹੀਂ, ਬੱਚਿਆਂ ਦੀਆਂ ਭਾਵਨਾਵਾਂ ਸੀ ਛੋਟ ਛੋਟੀਆਂ। ਕਹਿਣ ਲੱਗੇ ਸਾਨੂੰ ਕੀ ਪਤਾ ਸੀ ਇਹ ਵੱਟਾ ਵੱਜਿਆ ਸਜ਼ਾ ਮਿਲਣੀ ਹੈ। ਅੱਗੇ ਤਾਂ ਅਸੀਂ ਵੱਟੇ ਰੋਜ਼ ਮਾਰਦੇ ਹਾਂ ਤੇ ਬੇਰੀ ਸਾਨੂੰ ਬੜੇ ਵੇਰ ਖਾਣ ਨੂੰ ਦਿੰਦੀ ਹੈ। ਉਹ ਬੇਰੀ ਰੋਜ਼ ਵੱਟੇ ਖਾਂਦੀ ਪਰ ਵੇਰ ਦਿੰਦੀ ਹੈ, ਉਹਨੇ ਕਦੇ ਸਜ਼ਾ ਨਹੀਂ ਸੀ ਦਿੱਤੀ। ਸਾਨੂੰ ਅੱਜ ਪਤਾ ਲੱਗਿਆ ਵੱਟਾ ਤੁਹਾਡੇ ਵੱਜ ਗਿਆ। ਮਹਾਰਾਜ ਰਣਜੀਤ ਸਿੰਘ ਉਸੇ ਵੇਲੇ ਹੱਥ ਜੋੜੇ ਕਹਿਣ ਲੱਗੇ ਇਹਨਾਂ ਨੂੰ ਮੋਹਰਾਂ ਦੇ ਕੇ ਭੇਜਿਓ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਇੱਕ ਦਰਖਤ 'ਤੇ ਵੱਟਾ ਵੱਜਦਾ, ਉਹ ਕਿੰਨੇ ਵੱਟੇ ਖਾ ਕੇ ਵੇਰ ਦਿੰਦਾ ਹੈ। ਇਹ ਗੁਰੂ ਨਾਨਕ ਦੇ ਘਰ ਦਾ ਸੇਵਕ ਹੈ, ਅਜੇ ਦੇ ਵੱਟਾ ਵੱਜਿਆ ਹੈ ਤੇ ਇਹਨੂੰ ਵੀ ਦਾਤ ਮਿਲੇ। ਮਹਾਰਾਜਾ ਆਲਾ ਸਿੰਘ ਲੰਗਰ 'ਚ ਸੇਵਾ ਕਰ ਰਹੇ ਨੇ। ਸੇਵਾ ਕਰਦਿਆਂ ਅਚਾਨਕ ਉਹਦੀ ਘਰਵਾਲੀ ਵੀ ਸੇਵਾ ਕਰ ਰਹੀ ਹੈ। ਉਹ ਦਾਲ ਪਤਲੀ ਇੱਕ ਸਿੰਘ ਨੇ ਆਖ ਦਿੱਤਾ। ਕਹਿਣ ਲੱਗੇ ਆਹ ਕੀ ਬਣਾਇਆ, ਇਹ ਕੀ ਬਣਾਇਆ? ਉਹ ਕਹਿਣ ਲੱਗੀ ਮੈਂ ਇਹਦਾ ਕੀ ਕਰਾਂ? ਕਹਿਣ ਲੱਗੇ ਤੂੰ ਦੱਸ। ਕਹਿੰਦੀ ਮੇਰੇ ਸਿਰ 'ਚ ਪਾ ਦੇ ਜੇ ਨਹੀਂ ਖਾਣੀ। ਉਹਨੇ ਚੱਕੀ ਥਾਲ ਦੀ ਜਿਹੜੀ ਉਹਦੇ ਥਾਲੀ 'ਚ ਪਾਈ ਸੀ ਦਾਲ, ਗਰਮ ਗਰਮ ਦਾਲ ਮਹਾਰਾਜਾ ਆਲਾ ਸਿੰਘ ਦੀ ਘਰਵਾਲੀ ਦੇ ਸਿਰ 'ਚ ਪਾਤੀ। ਉਹ ਜਾ ਕੇ ਕ੍ਰੋਧ ਹੋ ਕੇ ਆਪਣੇ ਪਤੀ ਨੂੰ ਦੱਸ ਰਹੀ ਵੀ ਤੂੰ ਰਾਜਾ ਹੈ, ਇਹ ਕੰਮ ਮਾਮੂਲੀ ਜਿਹਾ ਬੰਦਾ ਮੇਰੇ ਸਿਰ 'ਚ ਦਾਲ ਪਾ ਗਿਆ, ਗਰਮ ਦਾਲ ਪਾ ਗਿਆ। ਉਹਨੇ ਪੁੱਛਿਆ ਵੀ ਕੀ ਗੱਲ ਹੋਈ ਸੀ? ਕਹਿੰਦੇ ਆਹ ਗੱਲ ਹੋਈ ਸੀ। ਉਹ ਕਹਿਣ ਲੱਗਿਆ ਭਲੀਏ ਚੇਤੇ ਰੱਖ, ਜਿਸ ਗੁਰੂ ਦੀ ਕਿਰਪਾ ਨਾਲ ਤੂੰ ਗੁਰੂ ਦੇ ਘਰ 'ਚ ਲੰਗਰ 'ਚ ਸੇਵਾ ਕਰਨੀ ਹੈ ਨਾ, ਤੂੰ ਰਾਣੀ ਬਣ ਕੇ ਸੇਵਾ ਕਰ ਰਹੀ ਹੈ ਤਾਂ ਤੇਰੇ ਸਿਰ 'ਚ ਦਾਲ ਪਈ ਹੈ। ਜੇ ਨਿਮਾਣੀ ਹੋ ਕੇ ਕਰਦੀ ਨਹੀਂ ਸੀ ਪੈਣੀ। ਨਿਮਰਤਾ ਸਿੱਖ, ਜੀਵਨ ਵਿੱਚ ਨਿਮਰਤਾ ਸਿੱਖ, ਉਹਦਾ ਨਾ ਕਸੂਰ ਕੱਢ। ਮੈਂ ਹੱਥ ਜੋੜ ਬੇਨਤੀ ਕਰਾਂ, ਜੇ ਰੋਜ਼ ਨਹੀਂ ਤਾਂ ਕਦੇ ਕਦਾਈ ਹੰਕਾਰ ਦੀ ਜਾਲੀ ਨੂੰ ਤੋੜ ਕੇ ਮਨਾ ਤੂੰ ਕੀ ਖੱਟਿਆ, ਕਦੇ ਤਾਂ ਇਨਸਾਨ ਬਣ ਕੇ ਜਿਉ ਲੈ। ਛੱਡ ਇਹਨਾਂ ਝਗੜਿਆਂ ਨੂੰ। ਕੋਈ ਮੈਂ ਕਥਾ ਕਰਨਾ ਹੈ, ਤੈਨੂੰ ਕਥਾਕਾਰ ਕਹਿੰਦੇ ਨੇ, ਤੈਨੂੰ ਕੀ ਕਹਿੰਦੇ? ਸਾਰੇ ਪਰਦੇ ਇੱਕ ਵਾਰੀ ਪਾਸੇ ਲਾ ਕੇ ਇੱਕ ਵਾਰੀ ਜਿਉ ਕੇ ਵੇਖ ਵੀ ਮੈਂ ਇੱਕ ਬਤੌਰੇ ਇਨਸਾਨ ਜਿਉਣਾ ਅੱਜ ਦਾ ਦਿਨ। ਲੋਕਾਂ ਦੀਆਂ ਨਜ਼ਰਾਂ ਨੂੰ ਛੱਡ ਦੇ ਮਨਾ, ਆਪਣੇ ਆਪ 'ਚ ਜਿਉ ਕੇ ਵੇਖ। ਆਹ ਹੈ ਧਰਮ ਕਮਾਉਣਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਇਹਦੇ ਨਾਲ ਤਾਂ ਮਿਠਾਸ ਰੱਖਦਾ ਜੀਵਨ ਵਿੱਚ, ਨਿਮਰਤਾ ਨਾਲ ਰਹਿੰਦਾ। ਕਹਿੰਦੇ ਸਾਰੇ ਗੁਣਾਂ ਦਾ ਤੱਤ ਹੈ ਇਹ, ਸਮੁੱਚੇ ਗੁਣਾਂ ਦਾ ਅਰਕ ਹੈ, ਸਮੁੱਚੇ ਗੁਣਾਂ ਦਾ ਜੂਸ ਹੈ ਇਹ ਤੱਤ ਕੱਢਿਆ ਹੋਇਆ ਸਾਰੇ ਗੁਣਾਂ ਦਾ। ਨਿਮਰਤਾ ਸ਼ੇਖ ਸਾਦੀ ਦਾ ਬਚਨ ਹੈ। ਉਹ ਕਹਿੰਦੇ ਤਲਵਾਰ ਕਿੱਡੀ ਵੀ ਤਿੱਖੀ ਹੋਵੇ, ਚੇਤੇ ਰੱਖਿਓ ਰੇਸ਼ਮ ਦੇ ਲੱਛੇ ਨੂੰ ਕੱਟ ਨਹੀਂ ਪਾਉਂਦੀ, ਤਿਲਕ ਜਾਂਦੀ ਹੈ, ਕਿਉਂਕਿ ਉਹਦੇ 'ਚ ਨਿਮਰਤਾ ਹੈ। ਉਹ ਹੰਕਾਰੀਆਂ ਦੀ ਧੌਣ ਕੱਟ ਸਕਦੀ ਹੈ। ਭਾਈ ਵੀਰ ਸਿੰਘ ਦੀ ਕਵਿਤਾ ਹੈ, ਕਹਿੰਦੇ ਸਮੁੰਦਰ ਤੇ ਨਦੀ ਆਪਸ ਵਿੱਚ ਹੀ ਗੱਲਾਂ ਕਰਦੇ ਨੇ। ਸਮੁੰਦਰ ਕਹਿਣ ਲੱਗਿਆ ਤੂੰ ਬੜੇ ਲੰਮੇ ਪੈਂਡੇ ਕਰਕੇ ਆਉਣੀ ਹੈ ਪਹਾੜਾਂ ਦੇ ਵਿੱਚੋਂ ਦੀ ਲੰਘ ਕੇ, ਤੇ ਬੜਾ ਕੁਝ ਪੁੱਟ ਕੇ ਲੈ ਕੇ ਆਉਣੀ ਹੈ ਮੇਰੇ ਤੱਕ, ਪਰ ਮੈਂ ਤੇਰੇ ਤੋਂ ਹੈਰਾਨ ਹੈ ਕਦੇ ਬਾਂਸ ਦਾ ਬੂਟਾ ਨਹੀਂ ਤੂੰ ਲਿਆਈ। ਉਹ ਕਹਿੰਦੀ ਉਹਨੂੰ ਨਹੀਂ ਮੈਂ ਪੁੱਟ ਸਕਦੀ। ਕਹਿੰਦੀ ਕਮਾਲ ਹੈ, ਤੇਰੇ 'ਚ ਏਡਾ ਪਾਣੀ ਦਾ ਵਹਾਅ ਜ਼ੋਰ, ਤੇ ਉਹਨੂੰ ਤੂੰ ਕਿਉਂ ਨਹੀਂ ਪੁੱਟ ਸਕਦੀ? ਉਹ ਕਹਿੰਦੀ ਤਾਂ ਨਹੀਂ ਪੁੱਟ ਸਕਦੀ, ਜਦੋਂ ਮੈਂ ਵਗਦੀ ਹੈ ਨਾ ਉਹ ਝੁਕ ਜਾਂਦਾ ਹੈ। ਮੇਰਾ ਵਹਾਅ ਕਿੰਨਾ ਕੁ ਚਿਰ ਰਹੇਗਾ? ਘੰਟਾ 2 ਘੰਟੇ ਰਹੇਗਾ। ਉਹ ਘੰਟਾ 2 ਘੰਟੇ ਝੁਕ ਕੇ ਵਕਤ ਕੱਟ ਲੈਂਦਾ, ਫਿਰ ਆਪਣੀ ਜਗ੍ਹਾ 'ਤੇ ਖੜਾ ਰਹਿੰਦਾ ਤੇ ਮੇਰਾ ਵਹਿਣ ਲੰਘ ਜਾਂਦਾ। ਸਾਗਰ ਪੁੱਛਦਾ ਸੁਣਨੀ ਨਦੀਏ, ਸਭ ਬੂਟੇ ਬੂਟੀਆਂ ਪੁੱਟ ਲਿਆਵੇਂ ਤੂੰ, ਪਰ ਨਾ ਕਦੀ ਬੈਂਟ ਦਾ ਬੂਟਾ ਇੱਥੇ ਆਣ ਪਹੁੰਚਾਵੇਂ ਤੂੰ। ਨਦੀ ਆਖਦੀ ਸੁਣਵੇ ਵੀਰਾ, ਸਭ ਬੂਟੇ ਪੁੱਟ ਸੁੱਟਾਂ, ਨਿਵੇ ਜੋ ਵਗਦੇ ਰੌਂਦੇ ਅੱਗੇ ਪੇਸ਼ ਨਾ ਉਸ 'ਤੇ ਜਾਵੇ। ਜਿਹੜਾ ਵਗਦੇ ਰੌਂ ਨੂੰ ਘੜੀ ਪਲ ਨਿਭ ਗਿਆ ਨਾ, ਉਹਦੇ 'ਤੇ ਮੇਰੀ ਵੀ ਪੇਸ਼ ਨਹੀਂ ਜਾਂਦੀ।
सच करके जानियो मना आकड़ नाल बड़ी जिंदगी कढ़ ली, कदे निमरता नाल जीना सिख। आसा की वार सानू सिखाउंदी है बहुत कुछ। हजूर दे पावन बचन ने अगली उदाहरण है, सब को निवै आप को। कहते चेता रखियो, सारे जड़े न्यूंदे ने ना वो अपने स्वार्थ लिए न्यूंदे ने। मैनू लोड़ है, मैं तुहाडी तारीफ करांगा। देखो साडी नित दी जिंदगी है, नित दी जिंदगी हर बंदा करदा, मैं भी करदा होवांगा। असीं किसी कोल काम करवाउणा तो पहिलां हंकार दा जाल सिट्टांगे, चंद गल्लां उहनूं कवांगे, बड़े सोहणे कपड़े लगदे, बड़ा सोहना रहिंदी हो, बड़े सोहणे घर है, बड़े सोहणे तुहाडे कित्ते ने, बड़े सोहणे काम कर। उस तो पूरे जाल विच फसा के जदों बंदा निमरता च आ गया भी हुण ये मेरी गल मान लेगा, फिर अपनी गल दस। हकीकत की सबको निवै आपको, पर को निवै ना कोई। कहते स्वार्थ लिए निभदा है, तेरे न्यूण की उस दिन कीमत पैनी है जिस दिन तू किसी लिए नहीं होना सीख लेगा, किसी लिए नहीं होना सीख लेगा। हुण हजूर ने उदाहरण दी है, कहते धर तराजू तोली है निवै सो गौरा होए। तराजू जिहड़ा तकड़ी जिहड़ी है वो कदे गाहक दे घर नहीं हुंदी, गाहक थोड़ा तकड़ी लेके आउंदा। तकड़ी तो दुकानदार दे है, तकड़ी दुकानदार दे कोल रहिंदी है, दुकानदार दी दुकान ते रहिंदी है, उन्हें साफ दुकानदार करदा है, उहदी रिपेयर दुकानदार करदा है, पर वो दुकानदार दा पक्ष नहीं करदी। तकड़ी पक्ष नहीं करती दुकानदार, सच तोलदी है। तां ही गाहक विच ते मालक विच एक फैसला हुंदा है भी ना तू फैसला कर मैं तेनू मुट्ठी भर के देण लगा, ना मैं फैसला करा भी दो मुट्ठियां भर के देण लगा। तू तकड़ी नूं पुछ, तकड़ी फैसला करेगी। आपां तकड़ी तो फैसला लैने भी इन्ने पैसे ने इन्नी चीज़ लेनी है, वो तकड़ी फैसला करती है। वो तकड़ी हुण जिੱਧਰ झुक गई, ये नहीं करती भी ये मालक मैनू संभालदा सारा कुछ करदा, मैं ये पासे ही झुकी जावां। नहीं, कहंदे वो सच तोलदी है। मना जे तू झुकना ही है तो इवें दा झुक, तेरे झुके की भी कीमत पै जाए। सिर्फ अपने स्वार्थ लिए झुकी जाना है। किन्ना क चिर जिंदगी कढेगा इहो जी आत्मक गुलामी दी? हकीकत विच क्यों नहीं जिउंदा? सच विच जीव के वेख ले। धर तराजू तोलीए निवे सगोरा होए, अपराधी दूना निवे। कहते जिहड़ा दूजे लिए झुकदा है ना वो अपराधी दूना निवे बहुत निभदा है। आपां वेखने मत्था टेकण लगे किन्ने कर्म कांड आपां करने, कोई लम्मे पै के, कोई इवें हथ करके, कोई कई लकीरां कढ के, कोई फर्क नहीं पैना। मना सादगी वाला मत्था टेक दे, दिल नूं कह सतगुरु मैनू लहणे वर्गा मत्था टेकना सिखा, सतगुरु मैनू बाबे बुढ़े वर्गा मत्था टेकना सिखा। उन्हें मत्था टेक दिता, बस टेक दिता। असीं होर कर्म कांड बहुत करने हैं पर मत्था नहीं टेक पाते। हजूर कृपा करते हैं, अपराधी दूना निवे ज्यों हंता मिर्गा है। मिर्ग नूं मारन वाला वो शिकारी जिहड़ा इवें झुक के ही तो निशाने लाउंदा है, पर हुंदा की है शीश नवाए क्या थी है जां हृदय कुशुद्धे जाहे। कहंदे मना किते तू मिर्ग दे शिकारी वर्गा मत्था तां नहीं टेकदा। निभदा बहुत उवें पर हृदय की कुशुद्धता है, हृदय चंगा पक्ष नहीं है। आओ प्यार वालियो गुरु अगे अरदास करिए, सतगुरु रहमत कर मैं जियो निर्मल बाहरों निर्मल हो सका, मेरा अंतर आत्मा दिलों मुहब्बत वाली बात वाला बन जाए। इन्हीं बेनतियां कबूल करना, भुलां दी खिमा। प्यार नाल आखो जी वाहिगुरु जी का खालसा वाहिगुरु जी की फतेह।